हाँ जी, सत श्री अकाल जी। ਅੱਜ ਕਾफ़ੀ ਲੰਬੇ ਸਮੇਂ ਤੋਂ ਬਾਅਦ ਮੈਂ ਫਿਰ ਇੱਕ ਵੀਡੀਓ ਲੈ ਕੇ ਆ ਰਹੀ ਹਾਂ। ਗ੍ਰੇਡ 9 ਦੇ ਸਟੂਡੈਂਟਸ ਦੀ ਕਾफ़ੀ ਜ਼ਿਆਦਾ ਡਿਮਾਂਡ ਸੀਗੀ ਕਿ ਗ੍ਰਾਮਰ ਦੇ ਕਨਸੈਪਟ ਕਰਾਏ ਜਾਣ। ਤਾਂ ਅੱਜ ਦਾ ਜਿਹੜਾ ਵਿਸ਼ਾ ਹੈ ਕਿਰਿਆ। ਕਿਰਿਆ ਕੀ ਹੈ? ਸਭ ਤੋਂ ਪਹਿਲੇ ਅਸੀਂ ਕਿਰਿਆ ਵਿੱਚ 3 ਸ਼ਬਦ ਜਿਹੜੇ ਹੈ ਉਹ ਤੁਸੀਂ ਜ਼ਿਆਦਾ ਆਪਣੇ ਮਾਈਂਡ ਵਿੱਚ ਰੱਖਣੇ ਹੈ, ਕਿਉਂਕਿ ਇਹਨਾਂ ਤਿੰਨਾਂ ਸ਼ਬਦਾਂ 'ਤੇ ਹੀ ਸਾਰੀ ਕਿਰਿਆ ਖੜੀ ਹੈ। ਹੁਣ ਸਭ ਤੋਂ ਪਹਿਲਾ ਸ਼ਬਦ ਹੈ ਕਿਰਿਆ, ਦੂਜਾ ਹੈ ਕਰਤਾ, ਤੀਜਾ ਹੈ ਕਰਮ। ਫਸਟ ਆਫ ਆਲ ਕਿਰਿਆ ਕੀ ਹੈ? ਕੰਮ। ਜਿਹੜਾ ਵੀ ਕੰਮ ਹੋ ਰਿਹਾ ਹੈ ਉਹ ਕਿਰਿਆ। ਉਸ ਕੰਮ ਨੂੰ ਜਿਹੜਾ ਵਿਅਕਤੀ ਕਰ ਰਿਹਾ ਹੈ ਜਾਂ ਜਿਸ ਦੁਆਰਾ ਉਹ ਕੰਮ ਹੋ ਰਿਹਾ ਹੈ, ਠੀਕ ਹੈ, ਉਹ ਕੀ ਹੈ? ਕਰਤਾ। ਔਰ ਜਿਸ 'ਤੇ ਕੰਮ ਹੋ ਰਿਹਾ ਹੈ, ਚਾਹੇ ਉਹ ਕਿਸੇ ਵਸਤੂ 'ਤੇ ਹੋ ਰਿਹਾ ਹੈ, ਚਾਹੇ ਇਨਸਾਨ 'ਤੇ ਹੋ ਰਿਹਾ ਹੈ, ਚਾਹੇ ਜਗ੍ਹਾ 'ਤੇ ਹੋ ਰਿਹਾ ਹੈ, ਉਹ ਕੀ ਹੈ? ਕਰਮ। ਮਤਲਬ ਕਿ ਕਿਰਿਆ ਕੀ ਹੈ? ਕੰਮ। ਕਰਤਾ ਕੀ ਹੈ? ਜੋ ਕੰਮ ਕਰ ਰਿਹਾ ਹੈ। ਕਰਮ ਕੀ ਹੈ? ਜਿਸ 'ਤੇ ਕੰਮ ਹੋ ਰਿਹਾ ਹੈ। ਹਾਂਜੀ, ਹੁਣ ਕਿਰਿਆ ਦੀ ਡੈਫੀਨੇਸ਼ਨ ਕਰਵਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇਗਜ਼ਾਮਪਲ ਕਰਾਵਾਂਗੀ, ਕਿਉਂਕਿ ਇਗਜ਼ਾਮਪਲ ਤੋਂ ਕਿਰਿਆ ਨੂੰ ਸਮਝਣਾ ਜਿਹੜਾ ਹੈ ਜ਼ਿਆਦਾ ਈਜ਼ੀ ਹੈ। ਕੋਈ ਵੀ ਗ੍ਰਾਮਰ ਦਾ ਕਨਸੈਪਟ ਹੈ, ਜੇ ਉਹਦੀ ਇਗਜ਼ਾਮਪਲ ਲੈ ਕੇ ਪਹਿਲਾਂ ਸਮਝੋਗੇ ਤਾਂ ਉਹਦੀ ਡੈਫੀਨੇਸ਼ਨ ਲਰਨ ਕਰਨਾ ਬਹੁਤ ਈਜ਼ੀ ਹੋ ਜਾਂਦਾ ਹੈ। ਜਿਵੇਂ ਤੁਸੀਂ ਇੱਥੇ ਧਿਆਨ ਦੇ ਸਕਦੇ ਹੋ, ਮੈਂ ਕੁਛ ਕਰਾਂਗੀ। ਪੂਜਾ, ਬੱਚੀਆਂ, ਪੜਾ, 3 ਵਰਡਸ ਮੈਂ ਲਿੱਤੇ। ਸਭ ਤੋਂ ਪਹਿਲੇ ਕੀ ਹੈ? ਪੂਜਾ। ਉਸ ਤੋਂ ਬਾਅਦ ਹੈ ਪੜਾ, ਬੱਚਿਆਂ। ਕੰਮ ਕਿਹੜਾ ਹੋ ਰਿਹਾ? ਪੜ੍ਹਾਉਣ ਦਾ। ਪੜ੍ਹਾਉਣ ਦਾ ਕੰਮ ਹੋ ਰਿਹਾ। ਪੜ੍ਹਾ ਕੌਣ ਰਿਹਾ? ਪੂਜਾ। ਮਤਲਬ ਕਿ ਉਹ ਜਿਹੜਾ ਪੜ੍ਹਾਉਣ ਦਾ ਕੰਮ ਹੈ ਉਹਨੂੰ ਕੌਣ ਕਰ ਰਿਹਾ ਹੈ? ਪੂਜਾ ਕਰ ਰਹੀ ਹੈ। ਪੂਜਾ ਪੜ੍ਹਾਉਣ ਦਾ ਕੰਮ ਕਰ ਰਹੀ ਹੈ, ਇਸ ਕਰਕੇ ਪੂਜਾ ਕੀ ਹੈ? ਕਰਤਾ। ਅਤੇ ਕੰਮ ਕਿਹੜਾ ਕਰ ਰਹੀ ਹੈ? ਪੜ੍ਹਾਉਣ ਦਾ। ਅਤੇ ਕਿਹਦੇ ਉੱਤੇ ਕੰਮ ਕਰ ਰਹੀ ਹੈ? ਬੱਚਿਆਂ 'ਤੇ। ਅਤੇ ਬੱਚੇ ਕੀ ਹੋ ਗਏ? ਕਰਮ। ਪੂਜਾ ਹੈ ਕਰਤਾ, ਬੱਚੇ ਕਰਮ, ਪੜਾ ਕੰਮ। ਠੀਕ ਹੈ, ਪੂਜਾ ਬੱਚਿਆਂ ਨੂੰ ਪੜ੍ਹਾ ਰਹੀ ਹੈ। ਕੰਮ ਜਿਹੜਾ ਹੋ ਰਿਹਾ ਉਹ ਪੜ੍ਹਾਉਣ ਦਾ ਹੋ ਰਿਹਾ, ਔਰ ਕੌਣ ਕਰ ਰਿਹਾ ਹੈ? ਪੂਜਾ ਕਰ ਰਹੀ ਹੈ, ਇਸ ਲਈ ਉਹ ਕਰਤਾ ਹੈ। ਅਤੇ ਕਿਹਨਾਂ 'ਤੇ ਕਰ ਰਹੀ ਹੈ? ਕਿਹਨਾਂ ਨੂੰ ਪੜ੍ਹਾ ਰਹੀ ਹੈ? ਬੱਚਿਆਂ ਨੂੰ। ਬੱਚਿਆਂ 'ਤੇ ਉਹ ਕਰਮ ਹੋ ਰਿਹਾ। ਠੀਕ ਹੈ, ਹੁਣ ਇਹ ਜਿਹੜੀ ਇਗਜ਼ਾਮਪਲ ਹੈ ਤੁਹਾਨੂੰ ਸਮਝ ਆ ਗਈ ਹੋਏਗੀ। ਹੁਣ ਇਸ ਤੋਂ ਬਾਅਦ ਜਿਹੜੀ ਡੈਫੀਨੇਸ਼ਨ ਕਰਨਾ ਉਹ ਬਹੁਤ ਈਜ਼ੀ ਹੋ ਜਾਂਦੀ ਹੈ। ਹੁਣ ਇਸ ਦੀ ਜੋ ਡੈਫੀਨੇਸ਼ਨ ਹੈ ਉਹ ਕੀ ਆਏਗੀ? ਕਿਰਿਆ, ਜਿਨ੍ਹਾਂ ਸ਼ਬਦਾਂ ਰਾਹੀਂ ਕੰਮ ਦੇ ਹੋਣ ਦਾ ਪਤਾ ਲੱਗੇ ਉਹਨਾਂ ਸ਼ਬਦਾਂ ਨੂੰ ਕਿਰਿਆ ਕਹਿੰਦੇ ਹਨ। ਕਿਉਂਕਿ ਜਿਨ੍ਹਾਂ ਸ਼ਬਦਾਂ ਰਾਹੀਂ ਕੰਮ ਦੇ ਹੋਣ ਦਾ ਪਤਾ ਚੱਲਦਾ ਹੈ ਉਹਨਾਂ ਸ਼ਬਦਾਂ ਨੂੰ ਕਿਰਿਆ ਕਹਿੰਦੇ ਹਨ। ਕਲੀਅਰ? ਹੁਣ ਉਸ ਤੋਂ ਬਾਅਦ ਕਿਰਿਆ ਜਿਹੜੀ ਹੈ ਉਹ 2 ਪ੍ਰਕਾਰ ਦੀ ਹੈ। ਕਿਰਿਆ ਇੱਕ ਹੈ ਅਕਰਮਕ ਕਿਰਿਆ, दूसरी है सकर्मक क्रिया, तीसरी। ਹੁਣ तक ਕਿਰਿਆ ਅਸੀਂ 2 ਤਰ੍ਹਾਂ ਦੀ ਕੀਤੀ ਹੋਈ ਹੈ, ਅਕਰਮਕ ਕਿਰਿਆ, ਸਕਰਮਕ ਕਿਰਿਆ, ਪਰ ਕਿਤੇ ਕਿਤੇ ਦੁਕਰਮਕ ਕਿਰਿਆ ਵੀ ਆ ਜਾਂਦੀ ਹੈ। ਹੁਣ ਦੁਕਰਮਕ ਕਿਰਿਆ ਕੀ ਹੋਈ, ਅਕਰਮਕ ਕਿਰਿਆ ਕੀ ਹੋਈ, ਸਕਰਮਕ ਕਿਰਿਆ ਕੀ ਹੋਈ? ਹੁਣ ਆਪਾਂ ਇਹਦੇ ਬਾਰੇ ਚਰਚਾ ਕਰਾਂਗੇ। ਹੁਣ ਆਪਾਂ ਇਹਦੇ ਵਿੱਚ ਕੀਤਾ ਸੀ ਕਿਰਿਆ, ਕਰਤਾ, ਕਰਮ। ਤੁਹਾਨੂੰ ਬੜੇ ਈਜ਼ੀ ਵੇ ਨਾਲ ਮੈਂ ਦੱਸਣ ਲੱਗੀ ਹਾਂ। ਹੁਣ ਕਿਰਿਆ ਤਿੰਨਾਂ ਵਿੱਚ ਹੋਏਗੀ ਤਾਂ ਹੀ ਤਾਂ ਕਿਰਿਆ। ਜੇ ਵਾਕ ਵਿੱਚ ਕਿਰਿਆ ਨਹੀਂ ਹੈ ਤਾਂ ਉਹ ਕਿਰਿਆ ਹੈ ਹੀ ਨਹੀਂ ਹੈ। ਉਸ ਤੋਂ ਬਾਅਦ ਕਰਤਾ ਅਤੇ ਕਰਮ ਜਮਾ। ਅਕਰਮਕ ਵਿੱਚ ਕੀ ਆਏਗਾ? ਕਰਤਾ। ਦੁਕਰਮਕ ਵਿੱਚ ਵੀ ਕਰਤਾ ਆਏਗਾ, ਕਿਉਂਕਿ ਜੇ ਕੰਮ ਹੋ ਰਿਹਾ ਹੈ ਤਾਂ ਉਹ ਕੰਮ ਨੂੰ ਕਰਨ ਵਾਲਾ ਵੀ ਕੋਈ ਹੈਗਾ। ਜਿਹੜੀ ਅਕਰਮਕ ਕਿਰਿਆ ਹੈ ਉਹ ਇੱਥੇ ਹੀ ਖਤਮ ਹੋ ਜਾਂਦੀ ਹੈ, ਕਿਰਿਆ ਜਮਾ ਕਰਤਾ। ਸਕਰਮਕ ਕਿਰਿਆ ਨਾਲ ਕਰਮ ਕੀਤਾ ਸੀ ਉਹ ਕਰਮ ਦੇ ਵਿੱਚ ਆ ਜਾਂਦੀ ਹੈ। ਜਿੱਥੇ ਕਿਰਿਆ ਅਤੇ ਕਰਤਾ ਹੈ ਉਹ ਅਕਰਮਕ ਕਿਰਿਆ। ਜਿੱਥੇ ਕਿਰਿਆ, ਕਰਤਾ, ਕਰਮ ਤਿੰਨੋਂ ਨੇ ਉਹ ਸਕਰਮਕ ਕਿਰਿਆ। ਜਿੱਥੇ ਕਿਰਿਆ ਜਮਾ ਕਰਤਾ, ਜਮਾ ਕਰਤਾ, ਜਮਾ ਕਰਤਾ, ਕਰਮ ਜਮਾ ਕਰਮ। ਦੁਕਰਮਕ ਮਤਲਬ ਕਿ 2 ਕਰਮ। ਦੁਕਰਮਕ मतलब
दो करम की आ गया करता करम करम मतलब कि दो करम जिहदे विच आउणगे किरिया जमा करता जमा करम ਉਹ ਕੀ ਹੈ ਦੁਕਰਮਕ ਕਿਰਿਆ। ਸਕਰਮਕ ਜਿਹੜੀ ਕਰਮ ਦੇ ਨਾਲ ਹੋਏਗੀ। ਸ ਮਤਲਬ ਜਦੋਂ ਮੈਂ ਛੋਟੀ ਹੁੰਦੀ ਸੀ ਬੜੀ ਕਨਫਿਊਜ਼ ਹੁੰਦੀ ਸੀ, ਇਸ ਲਈ ਮੈਂ ਛੋਟੇ ਹੁੰਦੇ ਹੀ ਆਪਣੇ ਲੌਜਿਕ ਬਣਾ ਲੈਂਦੀ ਹੁੰਦੀ ਸੀ। ਸ ਤੋਂ ਮਤਲਬ ਸਾਥ ਮਤਲਬ ਕਿ ਕਿਰਿਆ ਕਰਤਾ ਕਰਮ ਤਿੰਨੋਂ ਨਾਲ ਨਾਲ ਹੈ। ਐੜੇ ਤੋਂ ਕੀ ਮਤਲਬ ਹੈ ਅਲੱਗ, ਮਤਲਬ ਕਿ ਇਹਨਾਂ ਵਿੱਚੋਂ ਅਸੀਂ ਕਰਮ ਨੂੰ ਅਲੱਗ ਕਰ ਦਿੱਤਾ। ਹੁਣ ਇਹਨਾਂ ਦੀ ਡੈਫੀਨੇਸ਼ਨ ਵੀ ਤੁਹਾਨੂੰ ਦੱਸਦੀ ਹਾਂ। ਇਹ ਕਨਸੈਪਟ याद रखियो। अकर्मक मतलब कि इस कर्म नहीं है, कल्ला किरिया ते कर्म है, किरिया ते करता है। सुकर्मक किरिया मतलब कि ये विच की है साथ है, कर्म नाल है। किरिया जमा करता जमा कर्म। दुकर्मक किरिया मतलब कि दो कर्म नहीं, किरिया जमा करता जमा कर्म। ਜਿਹੜੀ ਦੁਕਰਮਕ ਦੀ ਅਵਸਥਾ ਹੈ ਉਹ ਬਹੁਤ ਘੱਟ ਜਿਹੜੇ ਯੂਜ਼ ਹੁੰਦੀ ਹੈ, ਵਾਕ ਵਿੱਚ ਬਹੁਤ ਘੱਟ ਵਰਤੀ ਜਾਂਦੀ ਹੈ। ਇਸ ਲਈ ਜ਼ਿਆਦਾਤਰ ਕਿਰਿਆ ਨੂੰ ਦੋ ਤਰ੍ਹਾਂ ਨਾਲ ਹੀ ਕਾਊਂਟ ਕੀਤਾ ਜਾਂਦਾ, ਸਕਰਮਕ ਅਤੇ ਅਕਰਮਕ। ਦੁਕਰਮਕ ਜਿਹੜਾ ਹੈ ਬਹੁਤ ਰੀਅਲ ਵਿੱਚ ਆਉਂਦਾ, ਇਸ ਕਰਕੇ ਇਹਨੂੰ ਇੰਨਾ ਜ਼ਿਆਦਾ ਅਸੀਂ ਜਿਹੜੇ ਹੈ ਭਾਸ਼ਾ ਵਿਗਿਆਨੀ ਉਹ ਇੰਨੀ ਜ਼ਿਆਦਾ ਵਰਤੋਂ ਇਹਦੀ ਨਹੀਂ ਕਰਦੇ। ਬਾਕੀ ਪਰ ਬਹੁਤ ਸਾਰੇ ਭਾਸ਼ਾ ਵਿਗਿਆਨੀ ਦੁਕਰਮਕ ਦਾ ਡਿਸਕਸ ਜ਼ਰੂਰ ਕਰਦੇ ਨੇ। ਠੀਕ ਹੈ, ਹੁਣ ਇਹਨਾਂ ਬਾਰੇ ਅੱਗੋਂ ਚਰਚਾ ਕਰਦੇ ਹਾਂ। हाँ जी, हुण सब तो पहले मैं डेफिनेशनस लिखिया हुई हैं। अकर्मक किरिया, अकर्मक किरिया की हुई जिस वाक विच कर्म ना होवे, करता इकल्ला होवे, उसनूं अकर्मक किरिया कहते हैं। हुण किरिया तो होएगा ही होएगा, किरिया हर एक वाक विच होएगा, कोई वाक ऐसा नहीं होएगा जो किरिया ते बिना होएगा, पर यह कि उस वाक विच कर्म ना होवे, करता इकल्ला होवे। मीह पैंदा है, करफ्यू लगा है, बच्चे पढ़ रहे हैं, पुष्पिंदर हस रहे हैं। करता है काम है, पुष्पिंदर किस ते हस रहा वो नहीं दस रहा, कि काम किस ते हो रहा वो नहीं दस रहा, इस करके की है ये अकर्मक किरिया। अगों आती है सकर्मक किरिया। जिस वाक विच करता ते कर्म दोवें होण उस वाक नूं सकर्मक किरिया कहा जाता है। मतलब कि करता भी आ रहा है ते कर्म भी आ रहा है, दोनों जाने आ रहे ने, इस करके की वो सकर्मक किरिया। साहिब क्रिकेट खेडदा है, साहिब की है करता, क्रिकेट की है कर्म, खेडदा की है किरिया। हुण करता किरिया तो हुंदे हुंदे है, कर्म भी आ गया, मतलब कि वो खेडन का काम किसते कर रहा है क्रिकेट ते। कर्म आने दे नाल किहड़ी किरिया बन गई सकर्मक किरिया। जशन रोटी खा रहा है, खा काम हो रहा है, जशन करता है वो किरे ते खान का काम कर रहा है, वो काम किसते कर रहा है रोटी ते, कर्म आ गया। अमीशा पैदल स्कूल जाती है। ठीक है, हुण इहदे विच की है अमीशा स्कूल जाती है, किरिया आ गया। किरत की स्कूल जाना वो काम किसते हो रहा है पैदल ना, पैदल की आ गया कर्म, इस की आ गया करता, तो यह की आ गई किरिया। हुण मेरे ख्याल से तुहानूं अकर्मक ते सकर्मक अच्छी तरह समझ आ गया होएगा। हुण उस तो अगे असी करते हैं दुकर्मक। दुकर्मक जिवें मैं तुहानूं पहले कहा सी दुकर्म मतलब कि दो कर्म है ना। वाक जिहड़ा ना छोटे हुंदे बड़ा आंदा हुंदा सी, असी इंग्लिश ट्रांसलेशन करदे हुंदे सी 6-7 क्लास च, उस टाइम का ही मेरे माइंड विच फिक्स होया होया। माली ने सप नूं सोटी नाल मारिया, बहुत वधिया एग्जाम्पल है दुकर्मक किरिया दी। माली की है करता, काम की है मारिया किरिया। हुण सप भी आ रहा है, सोटी भी आ रहा है, बंदा कर्म किनूं कहेगा, इसलिए इत्थे की हो गए मतलब कि दो कर्म हो रहे हैं। मारन का काम सोटी नाल भी हो रहा, मारन किनू मारिया जा रहा सप नूं मारिया जा रहा है, इस करके किसकी डेफिनेशन आ जाती है दुकर्मक किरिया। मनीषा ने वानी नूं चिट्ठी लिखी, लिखी किरिया, मनीषा करता, वानी ते चिट्ठी कर्म, दो कर्म आ गए दुकर्मक किरिया। अपनीत ने गिलास विच पानी पीता, पीता की हो गया किरिया। अपनीत की हो गया करता, गिलास विच पानी, दो कर्म आ गए दुकर्मक किरिया। हुण इहदी डेफिनेशन की आएगी जिस वाक विच करता दे नाल दो कर्म होण उस वाक नूं दुकर्मक किरिया कहंदे हन। जिहड़ी राजे सारी खेड है वो सिर्फ करता कर्म ते किरिया दे नाल जुड़ी हुई है। मैं फिर तुहानूं एक बार रिपीट कर रही हाँ, करता कर्म ते किरिया,
हर एक वाक विच करता भी होएगा, हर एक वाक विच किरिया भी होएगा। किरिया तो ज़रूर होएगी, जे किरिया नहीं होएगी तो वाक किरिया का होएगा ही नहीं। ठीक है, इसलिए किरिया आ रही है तो केड़ा वाक है, किरिया का। तो ऑब्वियस है करता भी आएगा तो वाक की पूर्ति नहीं होएगी, जे करता नाल नहीं होएगा तो वह वाक ही नहीं कहलाएगा। इस करके जिन्हां विच करता ते किरिया हुई वो होए अकर्मक। ਜਦੋਂ ਕੰਮ किस ते हो रहा वो आ जाता है कर्म विच आ जाता है, नाल तीनों इकट्ठे हो जाते हैं, करता कर्म किरिया, तो किहड़ी किरिया बन जाती है, सकर्मक। जदों दो दो कर्म इकट्ठे हो जान, मतलब कि दो जगह ते काम हो रहा है, तो किहड़ी किरिया बन जाती है, दुकर्मक। जदों दो कर्म विच नाल जुड़ जान तां दुकर्मक हो जाती है। ठीक है, हुण मैनूं जित्थों तक लगदा तुहानूं किरिया का कॉन्सैप्ट समझ आ गया होएगा। अपने जो भी तुहाडे व्यूज़ ने उन्होंने कमेंट विच जरूर शेयर करियो। ठीक है, तो किरिया तो बाद जिहड़ा नैक्सट विस्मिक टॉपिक है, होप सो मैं जल्दी तो जल्दी पावांगी। ठीक है, ओके, थैंक यू बेटा, ब्लैस यू, टेक केयर।